ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ। ਅੱਜ ਦਾ ਵੀਡੀਓ ਬਹੁਤ ਇੰਪੋਰਟੈਂਟ ਹੈ। ਕੈਨੇਡਾ ਤੋਂ ਰਿਫਿਊਜ਼ਲ ਆਏ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਕੈਨੇਡਾ ਨੇ ਵੈਬੀਨਾਰ ਵੀ ਕੀਤੇ, ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਵੈਬੀਨਾਰ ਦੇ ਵਿੱਚ ਕੀ ਸਟੂਡੈਂਟਸ ਨੂੰ ਕੋਈ ਹਿੰਟ, ਕੋਈ ਗਾਈਡਲਾਈਨਸ ਦਿੱਤੀਆਂ ਗਈਆਂ ਜਿਹਦੇ ਨਾਲ ਰਿਫਿਊਜ਼ਲਸ ਨਾ ਆਉਣ। ਕੁਝ ਇਹੋ ਜਿਹੇ ਪੁਆਇੰਟ ਇਹਨਾਂ ਵੈਬੀਨਾਰ ਦੇ ਵਿੱਚੋਂ ਕੀ ਨਿਕਲਦੇ ਨੇ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੰਵਰ ਸਾਹਿਬ। ਸਵਾਗਤ। ਥੈਂਕ ਯੂ ਦੀਪਕ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਕੰਵਰ ਸਾਹਿਬ, ਤੁਸੀਂ ਸਾਰੇ ਵੈਬੀਨਾਰਸ ਨੂੰ ਬਹੁਤ ਮਾਈਨਿਊਟਲੀ ਵਾਚ ਕੀਤਾ ਹੋਣਾ। ਬਿਲਕੁਲ। ਤੁਸੀਂ ਸਾਰੇ ਰਿਫਿਊਜ਼ਲਸ ਤੋਂ ਵੀ ਵਾਕਿਫ ਹੋ। ਤੁਹਾਨੂੰ ਲੱਗਦਾ ਕੁਝ ਮੈਸੇਜ ਕਨਵੇ ਕੀਤੇ ਗਏ, ਕੁਝ ਡਿਟੇਲਿੰਗ ਦਿੱਤੀ ਗਈ ਕਿ ਰਿਫਿਊਜ਼ਲਸ ਤੋਂ ਬਚਿਆ ਜਾ ਸਕੇ ਵੈਬੀਨਾਰ ਦੇ ਵਿੱਚ? ਨਹੀਂ, ਦੇਖੋ ਬਿਲਕੁਲ ਇਦਾਂ ਕੁਝ ਹੈਗਾ ਹੈ, ਕਿਉਂਕਿ ਜਿਹੜਾ ਨਾਰਮਲ ਚੀਜ਼ ਨਹੀਂ ਸੀ ਉਹਨਾਂ ਨੇ ਪਹਿਲਾਂ ਰਿਫਿਊਜ਼ਲਸ ਦਿੱਤੇ ਔਰ ਫਿਰ ਉਹਨਾਂ ਨੇ ਆ ਕੇ ਵੈਬੀਨਾਰਸ ਕੀਤੇ ਜਿਹਦੀ ਕਿ ਕੋਈ ਰਿਕੁਆਇਰਮੈਂਟ ਨਹੀਂ ਸੀ। ਬਟ ਉਹ ਵੈਬੀਨਾਰਸ ਦੇ ਵਿੱਚ ਉਹਨਾਂ ਨੇ ਬੜੇ ਇੰਟੈਲੈਕਚੁਅਲੀ ਡਿਪਲੋਮੈਟਿਕ ਤਰੀਕੇ ਨਾਲ ਕੁਝ ਮੈਸੇਜਿਸ ਦਿੱਤੇ ਆ, ਜਿੱਥੋਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਗਾਂ ਜਿਹੜੀਆਂ ਫਾਈਲਸ ਲਾਉਣੀਆਂ ਉਹਨਾਂ ਨੂੰ ਕਿਹੜੀਆਂ ਹੁਣ ਹੋਰ ਚੀਜ਼ਾਂ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਪਊਗਾ ਅਪਾਰਟ ਫਰੋਮ ਨਾਰਮਲ ਪ੍ਰੋਸੈਸਿੰਗ। ਸੋ ਉਹਨਾਂ ਚੀਜ਼ਾਂ ਤੇ ਹੁਣ ਉਹਨਾਂ ਨੇ ਸਟ੍ਰੈਸ ਦਿੱਤਾ। ਸੋ ਡੈਫੀਨੇਟਲੀ ਉਹ ਚੀਜ਼ਾਂ ਹੁਣ ਆਉਣ ਵਾਲੇ ਸਮੇਂ 'ਚ ਇੰਪੋਰਟੈਂਟ ਹੋਣਗੀਆਂ। 3-4 ਇਹਦੇ 'ਚ ਬਹੁਤ ਚੀਜ਼ਾਂ ਇੰਪੋਰਟੈਂਟ ਹੈ। ਇੱਕ ਚੀਜ਼ ਹੈਗੀ ਹੈ, ਆਪਾਂ ਨਾਰਮਲੀ ਗੱਲ ਕਰਦੇ ਹਾਂ ਕੋਰਸ ਮੈਚ ਕਰਨ ਦੀ, ਕਿ ਕੈਨੇਡਾ 'ਚ ਕੋਰਸ ਦੀ ਮੈਚਿੰਗ ਹੋਣੀ ਬਹੁਤ ਜ਼ਰੂਰੀ ਹੈ। ਪਰ ਇਹਦੇ 'ਚ ਉਹਨਾਂ ਨੇ ਇੱਕ ਚੀਜ਼ ਹੋਰ ਐਡ ਕਰ ਦਿੱਤੀ। ਹੁਣ ਉਹਨਾਂ ਨੇ ਕਿਹਾ ਕਿ ਇਕੱਲਾ ਮੈਚਿੰਗ ਹੋਣਾ ਜ਼ਰੂਰੀ ਨਹੀਂ ਹੈ, ਕੋਰਸ ਦਾ ਪ੍ਰੋਗਰੈਸਿਵ ਹੋਣਾ ਵੀ ਬਹੁਤ ਜ਼ਰੂਰੀ ਹੈ। ਸੋ ਬਹੁਤ ਸਾਰੇ ਬੱਚੇ ਕੋਰਸ ਮੈਚ ਕਰ ਲੈਂਦੇ ਆ, ਪਰ ਉਹ ਜਸਟੀਫਾਈ ਨਹੀਂ ਕਰ ਪਾਉਂਦੇ ਕਿ ਉਹ ਕੋਰਸ ਪ੍ਰੋਗਰੈਸਿਵ ਕਿੱਦਾਂ ਹੈ ਉਹਨਾਂ ਦੇ ਕਰੀਅਰ ਲਈ, ਉਹਨਾਂ ਦੇ ਕਰੀਅਰ ਨੂੰ ਇਨਹੈਂਸ ਕਿੱਦਾਂ ਕਰਦਾ, ਉਹਨਾਂ ਦੀ ਸਕਿੱਲਸ ਨੂੰ ਜਾਂ ਪਹਿਲੇ ਨਾਲੋਂ ਕਿੱਦਾਂ ਬੈਟਰ ਬਣਾਉਂਦਾ ਹੈ, ਪਹਿਲੀ ਐਜੂਕੇਸ਼ਨ ਦੇ ਮੁਕਾਬਲੇ ਉਹ ਕੀ ਡਿਫਰੈਂਸ ਇਹਦੇ ਤੋਂ ਸਿੱਖ ਰਹੇ ਨੇ, ਕੀ ਲਰਨ ਕਰ ਰਹੇ ਨੇ। ਦੈਟ ਇਜ਼ ਵਨ ਵੈਰੀ ਇੰਪੋਰਟੈਂਟ ਥਿੰਗ। ਇਹਦਾ ਜਿਹੜਾ ਮੇਜਰ ਪਾਰਟ ਆ ਉਹ SOP ਹੈ ਕਿ SOP 'ਚ ਤੁਸੀਂ ਇਸ ਚੀਜ਼ ਨੂੰ ਮੈਂਸ਼ਨ ਕਰ ਸਕਦੇ ਹੋ। ਪਲੱਸ ਇੱਕ ਤੁਸੀਂ ਕੋਰਸ ਦੇ ਲੈਵਲ ਤੋਂ ਆਇਡੈਂਟੀਫਾਈ ਕਰ ਸਕਦੇ ਹੋ ਕਿ ਬੈਚਲਰ ਤੋਂ ਬਾਅਦ PG ਲੈ ਰਹੇ ਹੋ, ਇੰਡੀਆ 'ਚ ਤੁਸੀਂ +2 ਕੀਤੀ ਹੈ, ਉਸ ਤੋਂ ਬਾਅਦ UG ਲੈ ਰਹੇ ਹੋ, ਡਿਪਲੋਮਾ ਲੈ ਰਹੇ ਹੋ ਜਾਂ ਗ੍ਰੈਜੂਏਸ਼ਨ ਲੈ ਰਹੇ ਹੋ। ਬਟ ਇੱਦਾਂ ਨਹੀਂ ਹੈ ਕਿ ਇੰਡੀਆ 'ਚ ਉਸੇ ਚੀਜ਼ ਦਾ ਡਿਪਲੋਮਾ ਕਰ ਲਿਆ ਔਰ ਫਿਰ ਦੁਬਾਰਾ ਡਿਪਲੋਮਾ ਲੈ ਰਹੇ ਹੋ, ਜਾਂ ਤੁਸੀਂ ਗ੍ਰੈਜੂਏਸ਼ਨ ਕਰ ਲਈ ਔਰ ਫਿਰ UG ਵਾਲਾ ਡਿਪਲੋਮਾ ਲੈ ਰਹੇ ਹੋ। ਤਾਂ ਮਤਲਬ ਉਸ ਤਰੀਕੇ ਨਾਲ ਤੁਸੀਂ ਪ੍ਰੋਗਰੈਸਿਵ ਨਹੀਂ ਹੋ ਰਹੇ। ਔਰ ਜੇ ਲੈ ਰਹੇ ਹੋ ਤਾਂ ਦੈਨ ਫਿਰ ਪ੍ਰੋਗਰੈਸ਼ਨ ਕ੍ਰੀਏਟ ਕਰੋ। ਮੰਨ ਲਓ ਆਪਾਂ ਕੋਈ ਸਪੈਸ਼ਲਾਈਜੇਸ਼ਨ 'ਚ ਜਾਂਦੇ ਹਾਂ, ਉਹਦਾ ਕੋਈ ਕੋਰਸ ਆਪਾਂ ਲੈ ਲੈਂਦੇ ਆ ਜਿਹੜਾ ਕਿ UG ਲੈਵਲ ਹੈ ਭਾਵੇਂ, ਬਟ ਉਹ ਉਸੇ ਕਿਸੇ ਟ੍ਰੇਡ ਦੀ ਇੱਕ ਪਰਟੀਕੂਲਰ ਸਪੈਸ਼ਲਾਈਜੇਸ਼ਨ ਹੈ। ਫੋਰ ਐਗਜ਼ਾਮਪਲ ਤੁਸੀਂ ਬਿਜ਼ਨਸ ਕਰ ਲਿਆ ਤਾਂ ਤੁਸੀਂ HR 'ਚ ਜਾ ਰਹੇ ਹੋ, ਜਾਂ ਤੁਸੀਂ ਇੰਜੀਨੀਅਰਿੰਗ ਕਰ ਲਈ ਹੈ ਤੇ ਪ੍ਰੋਜੈਕਟ ਮੈਨੇਜਮੈਂਟ 'ਚ, ਤਾਂ ਤੁਹਾਨੂੰ ਉਹ ਜਿਹੜੀ ਪ੍ਰੋਗਰੈਸ਼ਨ ਹੈ ਉਹਨੂੰ ਜਸਟੀਫਾਈ ਕਰਨਾ ਪਊਗਾ ਇਨ ਰਾਈਟਿੰਗ। ਜਸਟ ਉਹਦੇ ਕਹਿਣ ਨਾਲ ਕੀ ਆ ਮੇਰਾ ਪ੍ਰੋਗਰੈਸਿਵ ਹੈ, ਇੱਦਾਂ ਨਹੀਂ। ਉਹ ਪ੍ਰੋਗਰੈਸਿਵ ਕਿੱਦਾਂ ਨੇ, ਉਹਦੇ ਕੰਟੈਂਟ ਦੇ ਬੇਸ ਦੇ ਉੱਤੇ, ਉਹਦੇ ਪਹਿਲੇ ਤੁਸੀਂ ਕੀ ਪੜ੍ਹਿਆ ਸੀ ਉਹਦੇ ਮੁਕਾਬਲੇ ਦੀ ਨੈਕਸਟ ਸਟੇਜ ਕਿਹੜੀ ਪੜ੍ਹਨ ਜਾ ਰਹੇ ਹੋ। ਸੋ ਇਸ ਤਰੀਕੇ ਨਾਲ ਕਸਟਮ SOP ਮਤਲਬ ਕਸਟਮਾਈਜ਼ SOP ਦੇ ਉੱਤੇ ਇੱਕ ਤਰੀਕੇ ਨਾਲ ਇਨਡਾਇਰੈਕਟਲੀ ਉਹਨਾਂ ਨੇ ਸੈੱਟ ਕੀਤਾ। ਉਹਨਾਂ ਨੇ ਆ ਕਿਹਾ ਕਿ ਜਿਹੜੇ ਨਾਰਮਲੀ ਬੱਚੇ SOP ਭੇਜਦੇ ਆ ਉਹ ਕਾਪੀ ਪੇਸਟ ਹੁੰਦੇ ਆ। ਸੋ ਇੱਥੋਂ ਆਪਾਂ ਨੂੰ ਸਮਝਣਾ ਪਊਗਾ ਕਸਟਮ SOP ਕੀ ਹੁੰਦਾ ਹੈ। ਇਹਦਾ ਜਿਹੜਾ ਓਪੋਜ਼ਿਟ ਹੈ ਦੈਟ ਇਜ਼ ਕਸਟਮ SOP। ਕਿ ਇੱਕ ਟ੍ਰੈਂਡ ਹੁੰਦਾ ਹੈ ਕੰਸਲਟੈਂਟਸ ਕੋਲ ਵੀ ਕਿ ਰੋਜ਼ ਇੰਨੇ SOP ਹਰ ਕੋਈ ਕੰਸਲਟੈਂਟ ਦਾ ਲਿਖਦਾ ਨਹੀਂ ਹਰ ਕਿਸੇ ਦੇ, ਤਾਂ ਉਹ ਜਿਹੜੇ ਪਹਿਲੇ ਬਣੇ ਆ ਉਹਦੇ 'ਚ ਐਡਿਟ ਕਰਤਾ, ਦੂਜੇ ਨੂੰ ਵੀ ਭੇਜਤਾ, ਉਹਦਾ ਵੀ ਬਿਜ਼ਨਸ ਕੋਰਸ ਸੀ ਉਹਦੀਆਂ ਡਿਟੇਲਾਂ ਐਡਿਟ ਕਰਤੀਆਂ, ਉਹ ਭੇਜਤੀਆਂ। ਉਹਦੇ ਨਾਲ ਫਿਰ ਜਿਹੜੀ ਆ ਉੱਥੇ ਉਹ ਕਨਕਲੂਡ ਕਰਦੇ ਨੇ, ਉਹ ਕੋਈ ਅਨਪੜ੍ਹ ਤਾਂ ਹੈ ਨਹੀਂ ਕਿ ਹਰ ਦੂਜਾ SOP ਤੀਜਾ SOP ਮੈਚ ਕਰ ਰਿਹਾ ਆਪਸ 'ਚ। ਤਾਂ ਉਹ ਕਹਿੰਦੇ ਕਿ ਤੁਸੀਂ ਇਹ ਇੰਟਰਨੈਟ ਤੋਂ ਮੋਸਟਲੀ ਜਾਂ ਤਾਂ ਕਾਪੀ ਕੀਤੇ ਹੁੰਦੇ ਆ ਔਰ ਜਾਂ ਤੁਸੀਂ ਇੱਕ ਦੂਜੇ ਦਾ ਹੀ ਆਪਸ 'ਚ ਕਾਪੀ ਹੋਇਆ ਹੁੰਦਾ ਹੈ, ਔਰ ਉਹ ਚਾਹੁੰਦੇ ਨੇ ਤੁਹਾਡੇ ਓਰੀਜਨਲ ਸ਼ਬਦ। ਸੋ ਹੁਣ ਉਹਦਾ ਤਰੀਕਾ ਕੀ ਹੈ? ਉਹਦਾ ਸਭ ਤੋਂ ਪਹਿਲਾ ਤਰੀਕਾ ਆਇਆ ਕਿ ਠੀਕ ਹੈ ਤੁਸੀਂ ਕੰਸਲਟੈਂਟ ਨੂੰ ਹਾਇਰ ਵੀ ਕੀਤਾ, ਕੰਸਲਟੈਂਟ ਨੂੰ ਪੈਸੇ ਵੀ ਦਿੱਤੇ ਕਿ ਉਹਨੇ ਤੁਹਾਡਾ SOP ਉਹ ਬਣਾ ਵੀ ਦੇਵੇ, ਬਟ ਸਟਿਲ ਉਹ ਤੁਹਾਨੂੰ ਕਿੱਦਾਂ ਕਰੂਗਾ, ਇੰਨੇ ਬੱਚਿਆਂ ਲਈ ਉਹ ਕਿੱਦਾਂ ਥਾਟ ਕਰੂਗਾ। ਔਰ ਪਲੱਸ ਉਹਦੇ ਅੰਦਰ ਕਿੰਨੀ ਟੀਮ ਹੋਊਗੀ ਜਿਹੜੀ ਮੈਡੀਕਲ ਦੀ ਵੀ ਸਪੈਸ਼ਲਿਸਟ ਹੋਵੇ ਤੇ ਜਿਹੜੀ ਇੰਜੀਨੀਅਰਿੰਗ ਦੀ ਵੀ ਸਪੈਸ਼ਲਿਸਟ ਹੋਵੇ, ਬਿਜ਼ਨਸ ਦੀ ਵੀ ਸਪੈਸ਼ਲਿਸਟ ਹੋਵੇ ਤੇ IT ਦੀ ਵੀ ਹੋਵੇ, ਤੇ ਉਹਦੇ ਨਾਲ ਅਰਲੀ ਚਾਈਲਡਹੁੱਡ, ਹੋਰ ਇੱਦਾਂ ਦੇ ਕਈ ਹੋਰ ਸੈਕਟਰਸ ਨੇ ਜਿਨ੍ਹਾਂ ਦੀ ਸਪੈਸ਼ਲਾਈਜੇਸ਼ਨ ਹਰ ਟੀਮ ਨਹੀਂ ਹੋ ਸਕਦੀ ਇੱਦਾਂ। ਸੋ ਬੈਸਟ ਕੀ ਹੈ? ਬੈਸਟ ਆਇਆ ਕਿ ਇੱਕ ਨਵੀਂ ਆਦਤ ਤੁਹਾਨੂੰ ਡਿਵੈਲਪ ਕਰਨ ਦੀ ਲੋੜ ਪਊਗੀ ਪੰਜਾਬ ਵਾਲਿਆਂ ਨੂੰ, ਹਰਿਆਣੇ ਵਾਲਿਆਂ ਨੂੰ। ਸਾਊਥ ਇੰਡੀਆ, ਸੈਂਟਰਲ ਇੰਡੀਆ 'ਚ ਤਾਂ ਆਲਰੇਡੀ ਆਦਤ ਹੈਗੀ ਹੈ ਕਿ ਬੱਚੇ ਆਪਣਾ SOP ਆਪ ਬਣਾਉਂਦੇ ਨੇ। ਬਿਕੋਜ਼ ਬੱਚੇ ਨੂੰ ਪਤਾ ਹੁੰਦਾ ਉਹਨੇ ਕਿਹੜੇ ਸਬਜੈਕਟਸ ਪੜ੍ਹੇ ਆ, ਤੇ ਬੱਚੇ ਨੂੰ ਪਤਾ ਹੁੰਦਾ ਕਿ ਕਿਹੜੇ ਸਬਜੈਕਟ ਉਹ ਪੜ੍ਹਨ ਜਾ ਰਿਹਾ ਤੇ ਉਹਦੇ ਵਿੱਚ ਉਹਨਾਂ ਦਾ ਫਰਕ ਕੀ ਹੈ। ਅਗਰ ਉਹ ਮੈਡੀਕਲ ਸਟੂਡੈਂਟ ਹੈ ਤਾਂ ਵੀ ਉਹਨੂੰ ਬੇਸਿਕਸ ਕਲੀਅਰ ਨੇ, ਉਹ IT ਸਟੂਡੈਂਟ ਹੈ ਤਾਂ ਵੀ ਉਹਨੂੰ ਬੇਸਿਕਸ ਕਲੀਅਰ ਨੇ। ਸੋ ਆਹ ਕਸ਼ਟ
ਥੋੜਾ ਜਿਹਾ ਹੁਣ ਤੁਸੀਂ ਚੱਕਣਾ ਸ਼ੁਰੂ ਕਰੋ। ਇਹਦੇ ਵਿੱਚ ਏਜੰਟ ਨੂੰ, ਕੰਸਲਟੈਂਟ ਨੂੰ ਤੁਸੀਂ ਯੂਜ਼ ਕਰੋ ਉਹਦੀ ਲੈਂਗੁਏਜ ਨੂੰ ਬੈਟਰ ਕਰਨ ਲਈ। ਮਤਲਬ ਉਹ ਇੱਕ ਇੰਪ੍ਰੈਸਿਵ ਤਰੀਕੇ ਨਾਲ ਲਿਖਦੇ, ਹੋ ਸਕਦਾ ਤੁਹਾਡੀ ਇੰਗਲਿਸ਼ ਉਨੀ ਸਟਰੋਂਗ ਨਹੀਂ ਗੀ, ਅਗਲੇ ਕੋਲ ਇੰਗਲਿਸ਼ ਦਾ ਸਟਾਫ ਹੋ ਸਕਦਾ ਹੈ, ਉਹ ਉਹਨਾਂ ਸ਼ਬਦਾਂ ਨੂੰ ਹੀ ਇੱਕ ਹੋਰ ਗਹਿਰੇ ਔਰ ਸੋਹਣੇ ਸ਼ਬਦਾਂ 'ਚ ਪਾ ਸਕਦਾ ਹੈ, ਪਰ ਇੱਕ ਸਟੋਰੀ ਆਪਣੀ ਰਫ ਜ਼ਰੂਰ ਬਣਾ ਕੇ ਦਿਓ। ਫਿਰ ਉਸ ਰਫ ਸਟੋਰੀ ਨੂੰ ਉਹ ਸਾਫ਼ ਸੁਥਰਾ ਕਰੇ, ਉਹਦੇ ਨਾਲ ਜਿਹੜਾ ਤੁਹਾਡਾ SOP ਉਹ ਜ਼ਿਆਦਾ ਕਸਟਮਾਈਜ਼ਡ ਔਰ ਜ਼ਿਆਦਾ ਬੈਟਰ ਹੋਊਗਾ ਔਰ ਅੱਛੀ ਲੈਂਗੁਏਜ ਉਹਦੇ ਵਿੱਚ ਹੋਊਗੀ। ਇਹ ਪਹਿਲੀ ਚੀਜ਼। ਹੁਣ SOP 'ਚ ਬਣਾਉਣ ਲੱਗੇ ਇੱਕ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਤੁਸੀਂ ਖਾਸ ਕਰਕੇ ਮੈਂਸ਼ਨ ਕਰਨੀਆਂ। ਪਹਿਲੀ ਚੀਜ਼ ਮੈਂ ਦੱਸਿਆ ਜਿੱਦਾਂ ਪ੍ਰੋਗਰੈਸ਼ਨ ਆਫ ਕੋਰਸ ਨੂੰ ਜਸਟੀਫਾਈ ਕਰਨਾ। ਸੈਕੰਡਲੀ ਉਹਨਾਂ ਨੇ ਕਿਹਾ ਕਿ ਬਹੁਤ ਬੱਚਿਆਂ ਦਾ ਗੈਪ ਹੁੰਦਾ ਹੈ, ਗੈਪ ਤੋਂ ਬਾਅਦ ਉਹ ਸਟੱਡੀ ਨੂੰ ਆਪਟ ਕਰਦੇ ਨੇ, ਪਰ ਉਹ ਆ ਜਸਟੀਫਾਈ ਨਹੀਂ ਕਰਦੇ ਕਿ ਉਹ ਗੈਪ ਤੋਂ ਬਾਅਦ ਜਿਹੜਾ ਉਹਨਾਂ ਨੇ ਵਰਕ ਐਕਸਪੀਰੀਅੰਸ ਦਿਖਾਤਾ ਗੈਪ 'ਚ, ਉਹ ਵਰਕ ਤੋਂ ਬਾਅਦ ਹੁਣ ਦੁਬਾਰਾ ਸਟੱਡੀ ਵਾਲੇ ਪਾਸੇ ਕਿਉਂ ਜਾ ਰਹੇ ਨੇ, ਉਹ ਫਿਰ ਤੋਂ ਅਕੈਡਮਿਕ ਸਾਈਡ ਤੇ ਕਿਉਂ ਜਾ ਰਹੇ ਨੇ, ਉਹਦਾ ਰੀਜ਼ਨ ਨਹੀਂ ਦਿੱਤਾ ਹੁੰਦਾ। ਸੋ ਆਪਣੇ SOP 'ਚ ਉਹਦਾ ਪਾਰਟ ਬਣਾਓ ਕਿ ਅਗਰ ਤੁਸੀਂ ਆਹ ਕੁਆਲੀਫਿਕੇਸ਼ਨ ਕੀਤੀ, ਉਹਦੇ ਬਾਅਦ ਅਦੀ ਆਹ ਰੈਲੇਵੈਂਟ ਜੌਬ ਕੀਤੀ, ਤਾਂ ਉਸ ਤੋਂ ਬਾਅਦ ਤੁਸੀਂ ਆਹ ਜਿਹੜਾ ਹੁਣ ਕੋਰਸ ਹੈ PG ਦਾ ਉਹ ਕਿਉਂ ਕਰਨ ਜਾ ਰਹੇ ਹੋ, ਤੁਹਾਨੂੰ ਕੀ ਇਨਹੈਂਸ ਕਰੂਗਾ, ਤੁਹਾਡੇ ਕਰੀਅਰ 'ਚੋਂ ਕੀ ਡਿਫਰੈਂਸ ਕ੍ਰੀਏਟ ਕਰੂਗਾ, ਉਸ ਚੀਜ਼ ਨੂੰ ਜਸਟੀਫਾਈ ਕਰਨਾ ਪਊਗਾ। ਔਰ ਤੁਸੀਂ ਇੰਨਾ ਐਕਸਪੀਰੀਅੰਸ ਲੈਣ ਤੋਂ ਬਾਅਦ ਇੰਨਾ ਜ਼ਿਆਦਾ ਪੜ੍ਹਨ ਦੀ ਕਿਉਂ ਸੋਚੀ, ਉਹ ਵੀ ਤੁਹਾਨੂੰ ਡਿਫਾਈਨ ਕਰਨਾ ਪਊਗਾ ਇਹਦੇ ਵਿੱਚ। ਸੈਕਿੰਡ, ਕੋਰਸ ਦੀ ਰੈਲੇਵੈਂਸੀ ਔਰ ਪ੍ਰੋਗਰੈਸ਼ਨ, ਦੋਨੋਂ ਚੀਜ਼ਾਂ ਉਹਨਾਂ ਨੂੰ ਵੀ ਮੈਂਸ਼ਨ ਕਰਨਾ ਜ਼ਰੂਰੀ ਹੈ। ਔਰ ਥਰਡ ਇੰਪੋਰਟੈਂਟ ਚੀਜ਼ ਕਿ ਓਪਰਚੁਨਿਟੀਜ਼, ਕਿ ਉਹ ਜਿਹੜੀ ਤੁਸੀਂ ਕੋਰਸ ਕਰੋਗੇ, ਜਿਹੜੀ ਪੜ੍ਹਾਈ ਕਰੋਗੇ, ਨਾਰਮਲੀ ਆਪਾਂ ਲਿਖ ਦਿੰਦੇ ਕਿ ਆਹ ਜੌਬ ਮਿਲ ਜੂ, ਆਹ ਜੌਬ ਮਿਲ ਜੂ, ਬਟ ਉਹ ਸਪੈਸ਼ਲਾਈਜੇਸ਼ਨ ਜਾਣਨਾ ਚਾਹੁੰਦੇ ਆ ਕਿ ਕਿਸ ਤਰ੍ਹਾਂ ਦੀ ਜੌਬ ਮਿਲੂਗੀ, ਕਿੱਥੇ ਤੁਹਾਨੂੰ ਜੌਬਸ ਮਿਲਣਗੀਆਂ, ਜਾਂ ਤੁਸੀਂ ਕਰੀਅਰ ਵਾਈਜ਼ ਕਿੱਦਾਂ ਇਨਹਾਂਸਡ ਹੁੰਦੇ ਹੋ, ਤੁਸੀਂ ਕੋਈ ਫਰਦਰ ਐਜੂਕੇਸ਼ਨ ਲਈ ਅੱਗੇ ਵਧਣਾ ਚਾਹੁੰਦੇ ਹੋ, ਜਾਂ ਉਹਦੇ ਵਿੱਚ ਹੀ ਕੋਈ ਜੌਬ ਲੈਣਾ ਚਾਹੁੰਦੇ ਹੋ, ਕੀ ਤੁਹਾਡੇ ਪਲਾਨਸ ਨੇ, ਉਹ ਪਲਾਨਸ ਨੂੰ ਇੱਥੇ ਕਲੀਅਰ ਕਰਨਾ ਪਊਗਾ। ਥਰਡ, ਉਹਨਾਂ ਨੇ ਇੰਪੋਰਟੈਂਟ ਜਿਹੜੀ ਚੀਜ਼ ਦਾ ਦਿੱਤਾ ਧਿਆਨ ਇਹਦੇ ਵਿੱਚ, ਉਹ ਹੈਗੀ ਹੈ ਤੁਹਾਡੇ ਫੰਡਸ, ਜਿਹਦੇ ਉੱਤੇ ਪਹਿਲਾਂ ਕਨਫਿਊਜ਼ਨ ਰਹਿੰਦੀ ਹੁੰਦੀ ਸੀ, ਲਾਈਏ ਕਿ ਨਹੀਂ ਲਾਈਏ, ਕੋਈ ਕਹਿੰਦਾ ਸੀ ਲਗਾਓ, ਕੋਈ ਕਹਿੰਦਾ ਸੀ ਨਹੀਂ ਲਗਾਓ। ਸੋ ਉਹਦੇ ਵਿੱਚ ਇੱਕ ਕਲੈਰਿਟੀ ਜ਼ਰੂਰ ਆਈ ਹੈ ਕਿ ਅਗਰ ਤੁਹਾਡੀ ਐਜੂਕੇਸ਼ਨ 1 ਸਾਲ ਤੋਂ ਜ਼ਿਆਦਾ ਦੀ ਹੈ, ਤਾਂ ਆਪਣੀ ਜਿਹੜੀ ਅਗਲੇ ਐਕਸਪੈਂਸ ਨੇ ਫਿਊਚਰ ਦੇ, ਉਹਨਾਂ ਨੂੰ ਤੁਸੀਂ ਕਿੱਦਾਂ ਕਵਰ ਕਰੋਗੇ, ਉਹਨਾਂ ਨੂੰ ਜਸਟੀਫਾਈ ਕਰੋ। ਸੋ ਉਹਨਾਂ ਨੂੰ ਜਸਟੀਫਾਈ ਕਰਨ ਦਾ ਤਰੀਕਾ ਜਿਹੜਾ ਹੈਗਾ ਉਹ ਤੁਹਾਡੇ ਫੰਡ ਔਰ ਤੁਹਾਡੀ ਇੱਕ ਸਟਰੋਂਗ ਇਨਕਮ, ਇਹ ਦੋ ਚੀਜ਼ਾਂ ਨੇ। ਸੋ ਡੈਫੀਨੇਟਲੀ ਹੁਣ ਤੁਹਾਨੂੰ ਇਹਦਾ ਸਹਾਰਾ ਲੈਣਾ ਪਊਗਾ। ਦਿਸ ਇਜ਼ ਅ ਇਨਡਾਇਰੈਕਟ ਸਿਗਨਲਸ ਫਰੋਮ ਦੈਮ। ਉਹਨਾਂ ਨੇ ਡਾਇਰੈਕਟਲੀ ਨਹੀਂ ਕਿਹਾ ਚੀਜ਼ਾਂ ਲਾਓ, ਪਰ ਉਹਨਾਂ ਨੇ ਕਿਹਾ ਕਿ ਆਪਣੇ ਖਰਚਿਆਂ ਨੂੰ ਜਸਟੀਫਾਈ ਕਰੋ। ਸੋ ਉਹ ਜਸਟੀਫਾਈ ਕਰਨ ਲਈ ਡੈਫੀਨੇਟਲੀ ਤੁਹਾਨੂੰ ਚੀਜ਼ਾਂ ਲਾਉਣੀਆਂ ਪੈਣਗੀਆਂ। SOP ਉਹਨਾਂ ਨੇ ਕਿਹਾ ਨਹੀਂ ਖੁਦ ਲਿਖੋ, ਪਰ ਉਹਨਾਂ ਨੇ ਕਿਹਾ ਕਿ SOP ਕਾਪੀ ਪੇਸਟ ਹੁੰਦੀਆਂ ਨੇ। ਸੋ ਡੈਫੀਨੇਟਲੀ ਇਹਦਾ ਮਤਲਬ ਕਿ ਤੁਹਾਨੂੰ ਕਸਟਮ ਲਿਖਣੀਆਂ ਪੈਣਗੀਆਂ। ਸੋ ਆਹ ਚੀਜ਼ਾਂ ਨੂੰ ਅਗਰ ਤੁਸੀਂ ਧਿਆਨ ਰੱਖਦੇ ਹੋ ਤਾਂ ਡੈਫੀਨੇਟਲੀ ਆ ਜਿਹੜੀਆਂ ਰਿਫਿਊਜ਼ਲਸ ਇਸ ਵਾਰੀ ਆ ਰਹੀਆਂ, ਨਾ ਚਾਹੁੰਦੇ ਹੋਏ ਵੀ ਬਹੁਤ ਲਾਈਕ ਪ੍ਰੋਫਾਈਲ ਤੇ ਵੀ ਰਿਫਿਊਜ਼ਲ ਦੇਖਣ ਨੂੰ ਮਿਲ ਰਹੀਆਂ ਨੇ। ਸੋ ਅਨਫੋਰਚੂਨੇਟਲੀ ਇਹਦਾ ਜਿਹੜਾ ਰਿਵਰਸ ਹੈ ਉਹ ਤਾਂ ਹੀ ਆਪਾਂ ਕਰ ਸਕਾਂਗੇ ਅਗਰ ਆਪਾਂ ਉਹਨਾਂ ਦੀਆਂ ਇਹ ਬੇਸਿਕ ਚੀਜ਼ਾਂ ਤੇ ਕੰਮ ਕਰਾਂਗੇ। ਰੀਅਪਲਾਈ ਵੀ ਉਹਨਾਂ ਨੇ ਕਿਹਾ ਕਰੋ ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਦਾ ਡਿਸੀਜਨ ਗਲਤ ਹੈ, ਪਰ ਉਹ ਰੀਅਪਲਾਈ ਕਰਨ ਤੋਂ ਪਹਿਲਾਂ ਵੀਜ਼ਾ ਆਫਿਸਰ ਦਾ ਜਿਹੜਾ ਕੰਸਰਨ ਸੀਗਾ ਰਿਫਿਊਜ਼ਲ ਦੇ ਵਿੱਚ, ਉਹ ਕੰਸਰਨ ਨੂੰ ਜ਼ਰੂਰ ਰਿਵਰਟ ਕਰੋ। ਸੋ ਦੋਸਤੋ, ਇਹ ਬਹੁਤ ਹੀ ਇੰਪੋਰਟੈਂਟ ਪੁਆਇੰਟਸ ਨੇ 5 ਦੇ 5 ਹੀ। ਉਮੀਦ ਹੈ ਸਾਰੇ ਤੁਸੀਂ ਨੋਟ ਕੀਤੇ ਹੋਣਗੇ ਤੇ ਅਪਲਾਈ ਕਰਨ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ। ਧੰਨਵਾਦ। ਥੈਂਕ ਯੂ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।